ਭਗਤ ਜੀ ਆਟਾ ਆਊ ਕਿੱਥੋਂ? ਪੀਪੇ ਤਾਂ ਖੜਕਣ ਡੇ ਨੇ। ਚੱਲ ਬਈ ਮਨਾ, ਚੁੱਕ ਆਪਣਾ ਬਾਟਾ ਤੇ ਖੜਕਾ ਆਪਣਾ ਟੱਲ। ਹੱਥ ਵਿੱਚ ਬਾਟਾ ਲੋਹੇ ਦਾ, ਗਲ ਪਿੱਤਲ ਦਾ ਟਲ। ਹੱਥ ਵਿੱਚ ਬਾਟਾ ਲੋਹੇ ਦਾ, ਗਲ ਪਿੱਤਲ ਦਾ ਟਲ। ਭੁੱਖਣ ਪਾਣੇ ਬਿਰਧ ਅਪਾਹਜ, ਭੁੱਖਣ ਪਾਣੇ ਬਿਰਧ ਅਪਾਹਜ, ਵੇਖਣ ਤੇਰੇ ਵੱਲ ਇਹ ਨਾ ਲਈ ਖੈਰ ਮੰਗਣ ਚੱਲ। ਇਹ ਨਾ ਲਈ ਖੈਰ ਮੰਗਣ ਚੱਲ। ਧੱਕੇ ਖਾਂਦੇ ਰੁਲਦੇ ਪਾਗਲ, ਚੁੱਕ ਚੁੱਕ ਗਲ ਨਾਲ ਲਾਏ। ਸੇਵਕ ਕੋ ਸੇਵਾ ਬਣ ਆਈ, ਰਜ ਰਜ ਸੇਵ ਕਮਾਏ। ਰੱਬ ਨੂੰ ਕਹਿੰਦਾ ਫਿਕਰ ਹੈ ਕਾਦਾ, ਜਾ ਤੂੰ ਮੇਰੇ ਵੱਲ। ਇਹ ਨਾ ਲਈ ਖੈਰ ਮੰਗਣ ਚੱਲ। ਇਹ ਨਾ ਲਈ ਖੈਰ ਮੰਗਣ ਚੱਲ। ਖੈਰ ਮੰਗਣ ਚੱਲ। ਇਹ ਨਾ ਲਈ ਖੈਰ ਮੰਗਣ ਚੱਲ। ਮਾਪਿਆਂ ਲਈ ਆਪਣੇ ਲਾਡਲੇ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਦੇਣੀ ਅੱਜ ਬੜੀ ਮਹਿੰਗੀ ਤੇ ਮੁਸ਼ਕਿਲ ਗੱਲ ਹੁੰਦੀ ਜਾ ਰਹੀ ਹੈ। ਗਰੀਬ ਮਾਂ-ਬਾਪ ਲਈ ਤਾਂ ਇਹ ਹੋਰ ਵੀ ਔਖੀ ਹੈ। ਤੇ ਹੁਣ ਜ਼ਰਾ ਉਹਨਾਂ ਮਾਸੂਮ ਬੱਚਿਆਂ ਬਾਰੇ ਸੋਚੋ ਜਿਨ੍ਹਾਂ ਦੇ ਸਿਰ ਤੇ ਮਾਂ-ਬਾਪ ਦਾ ਸਾਇਆ ਹੀ ਨਹੀਂ। ਅਨਾਥ, ਬੇਸਹਾਰਾ ਤੇ ਧਰਤੀ ਤੇ ਬੋਝ ਸਮਝੇ ਜਾਣ ਵਾਲੇ ਇਹਨਾਂ ਅਪਾਹਜ ਬੱਚਿਆਂ ਲਈ ਤਾਂ ਵਿੱਦਿਆ ਪ੍ਰਾਪਤੀ ਦਾ ਰਾਹ ਹੋਰ ਵੀ ਦੁਸ਼ਵਾਰੀਆਂ ਤੇ ਔਕੜਾਂ ਭਰਿਆ ਹੈ। ਸਾਡੇ ਮਹਾਨ ਦੇਸ਼ ਭਾਰਤ ਵਿੱਚ 35% ਆਬਾਦੀ ਅੱਜ ਵੀ ਗਰੀਬੀ ਰੇਖਾ ਤੋਂ ਹੇਠਾਂ ਜ਼ਿੰਦਗੀ ਜਿਉਣ ਲਈ ਮਜਬੂਰ ਹੈ। ਨਿੱਕੇ ਨਿੱਕੇ ਮਾਸੂਮ ਅੱਜ ਵੀ ਸੜਕਾਂ ਤੇ ਹੱਥ ਅੱਡ ਅੱਡ ਭੀਖ ਮੰਗਦੇ ਨੇ, ਕੂੜੇ ਵਿੱਚੋਂ ਰੋਟੀ ਤਲਾਸ਼ਦੇ ਨੇ। ਬਚਪਨ ਵਿੱਚ ਹੀ ਸਕੂਲ ਜਾਣ ਦੀ ਥਾਂ ਮਿਹਨਤ ਮਜ਼ਦੂਰੀ ਕਰਦੇ ਨੇ। ਕੀ ਉਹਨਾਂ ਨੂੰ ਚੰਗੇ ਭਵਿੱਖ ਦੀ ਲੋੜ ਨਹੀਂ? ਕੋਈ 2 ਸਿੱਕੇ ਹਥੇਲੀ ਤੇ ਧਰ ਦਿੰਦਾ ਹੈ ਤੇ ਕੋਈ ਇਹਨਾਂ ਨੂੰ ਦੁਰਕਾਰ ਦਿੰਦਾ ਹੈ, ਤੇ ਕੋਈ ਵਿਰਲਾ ਹੀ ਭਗਤ ਪੂਰਨ ਸਿੰਘ ਜੀ ਵਰਗਾ ਹੁੰਦਾ ਹੈ ਜੋ ਇਹਨਾਂ ਰੱਬ ਦੇ ਪਿਆਰਿਆਂ ਨੂੰ ਆਪਣੀ ਮੋਹ ਤੇ ਪਿਆਰ ਦੀ ਨਿੱਘੀ ਬੁੱਕਲ ਵਿੱਚ ਲੈ ਲੈਂਦਾ ਹੈ। ਉਹ ਜਾਣਦੇ ਸਨ ਕਿ ਜਦੋਂ ਵਿੱਦਿਆ ਆਏਗੀ, ਸੋਝੀ ਆਵੇਗੀ, ਸਵੈਮਾਣ ਜਾਗੇਗਾ, ਤੇ ਜਦੋਂ ਸਵੈਮਾਣ ਜਾਗੇਗਾ ਤਾਂ ਜ਼ਿੰਦਗੀ ਮਕਸਦ ਤੇ ਮਾਨਵਤਾ ਦੀਆਂ ਲੀਹਾਂ ਆਪ ਮੁਹਾਰੇ ਤੁਰ ਪਏਗੀ। ਇਸੇ ਲਈ ਭਗਤ ਪੂਰਨ ਸਿੰਘ ਜੀ ਨੇ ਗਰੀਬ, ਅਪਾਹਜ ਤੇ ਮੰਦਬੁੱਧੀ ਬੱਚਿਆਂ ਨੂੰ ਸਿੱਖਿਆ ਦੇਣ ਦਾ ਇਹ ਚੁਣੌਤੀ ਭਰਿਆ ਕਾਰਜ ਆਰੰਭ ਕੀਤਾ। ਪਰਉਪਕਾਰੀ ਵਿੱਦਿਆ ਦੀ ਜਗਾਈ ਉਹ ਮਸ਼ਾਲ ਹੁਣ ਬੀਬੀ ਇੰਦਰਜੀਤ ਕੌਰ ਹੋਰਾਂ ਹੋਰ ਹਨੇਰੀਆਂ ਥਾਵਾਂ ਤੇ ਵੀ ਰੋਸ਼ਨਾ ਦਿੱਤੀ ਹੈ। ਹੁਣ ਜੇ ਗਰੀਬ ਤੇ ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਬੱਚੇ ਸਕੂਲ ਨਹੀਂ ਆਉਂਦੇ ਤਾਂ ਸਕੂਲ ਆਪ ਚੱਲ ਕੇ ਇਹਨਾਂ ਝੁੱਗੀਆਂ ਝੌਂਪੜੀਆਂ ਤੱਕ ਪਹੁੰਚ ਗਏ ਨੇ। ਪਿਛੜੇ ਹੋਏ ਵਰਗ ਦੀ ਸਭ ਤੋਂ ਵੱਡੀ ਮੁਸ਼ਕਿਲ ਹੈ ਮਾਂ-ਬਾਪ ਦੀ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੀ ਜ਼ਰੂਰਤ ਨੂੰ ਸਮਝਣ ਤੋਂ ਇਨਕਾਰ। ਦੂਜਾ,
ਪਬਲਿਕ ਸਕੂਲ ਉਹਨਾਂ ਦੀ ਪਹੁੰਚ ਤੋਂ ਬਾਹਰ ਨੇ। ਇਹਨਾਂ ਔਕੜਾਂ ਨੂੰ ਮੁੱਖ ਰੱਖਦੇ ਹੋਏ ਇੱਕ ਸਕੂਲ ਪਿਛੜੇ ਹੋਏ ਇਲਾਕੇ ਵਿੱਚ ਹੀ ਚਲਾਇਆ ਜਾ ਰਿਹਾ ਹੈ। ਇੱਥੇ ਬੱਚਿਆਂ ਨੂੰ ਸਿਹਤ, ਸਫਾਈ ਤੇ ਅਕਾਦਮਿਕ ਪੜ੍ਹਾਈ ਦੀ ਮੁੱਢਲੀ ਸਿੱਖਿਆ ਦਿੱਤੀ ਜਾਂਦੀ ਹੈ। ਇਹ ਸਿੱਖਿਆ ਜ਼ਿਆਦਾ ਖੇਡਾਂ ਤੇ ਬੱਚਿਆਂ ਦੇ ਸਹਿਯੋਗ ਨਾਲ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਰਹੀ ਹੈ। ਪਿਛੜੇ ਵਰਗ ਵਿੱਚ ਮੰਦ ਬੁੱਧੀ ਨਾਲ ਪ੍ਰਭਾਵਿਤ ਬੱਚਿਆਂ ਦੀ ਗਿਣਤੀ ਮੱਧਵਰਤੀ ਸਮਾਜ ਦੇ ਬੱਚਿਆਂ ਤੋਂ ਕਾਫੀ ਜ਼ਿਆਦਾ ਹੈ। ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਯੋਗ ਬੱਚਿਆਂ ਨੂੰ ਮੁੱਢਲੀ ਸਿੱਖਿਆ ਤੋਂ ਬਾਅਦ ਮੁੱਖ ਸਕੂਲ ਮਾਨਾਂਵਾਲਾ ਵਿੱਚ ਭੇਜ ਦਿੱਤਾ ਜਾਂਦਾ ਹੈ। ਪਿੰਗਲਵਾੜੇ ਦੇ ਸਭ ਤੋਂ ਪਹਿਲੇ ਝੁੱਗੀਆਂ ਝੌਂਪੜੀਆਂ ਵਿੱਚ ਸਕੂਲ ਦੀ ਸਥਾਪਨਾ 1997 ਵਿੱਚ ਬੱਲਾ ਪਿੰਡ ਵਿੱਚ ਹੋਈ। ਹੌਲੀ-ਹੌਲੀ ਬੱਚਿਆਂ ਦੀ ਗਿਣਤੀ ਵੱਧਦੀ ਗਈ ਤੇ ਇੱਕ ਦਿਨ ਕਾਫੀ ਵੱਡੀ ਇਮਾਰਤ ਦੀ ਲੋੜ ਮਹਿਸੂਸ ਹੋਣ ਲੱਗ ਪਈ। ਅੱਜ 2007 ਵਿੱਚ 565 ਬੱਚੇ ਮਾਨਾਂਵਾਲਾ ਸਕੂਲ ਵਿੱਚ ਮੁਫਤ ਸਿੱਖਿਆ ਪ੍ਰਾਪਤ ਕਰ ਰਹੇ ਨੇ। ਗਰੀਬ ਬੱਚਿਆਂ ਲਈ ਸਕੂਲ ਦੀ ਫੀਸ, ਕਿਤਾਬਾਂ ਤੇ ਵਰਦੀਆਂ ਖਰੀਦਣ ਲਈ ਪੈਸਿਆਂ ਦਾ ਨਾ ਹੋਣਾ ਇੱਕ ਬਹੁਤ ਵੱਡੀ ਸਮੱਸਿਆ ਹੈ। ਜੇ ਸਾਲ ਦੇ ਸ਼ੁਰੂ ਵਿੱਚ ਹੀ ਇਹ ਲੋੜ ਪੂਰੀ ਹੋ ਵੀ ਜਾਵੇ ਤਾਂ ਪੂਰਾ ਸਾਲ ਉਹ ਇੱਕ ਅਜਿਹੇ ਮਾਹੌਲ ਵਿੱਚ ਰਹਿੰਦੇ ਨੇ ਜਿੱਥੇ ਪਲ-ਪਲ ਉਹਨਾਂ ਨੂੰ ਆਪਣੀ ਗਰੀਬੀ ਦਾ ਅਹਿਸਾਸ ਸਤਾਉਂਦਾ ਰਹਿੰਦਾ ਹੈ। ਸਕੂਲ ਵਿੱਚ ਜਦੋਂ ਦੂਸਰੇ ਰੱਜੇ ਪੁੱਜੇ ਘਰਾਂ ਦੇ ਵਿਦਿਆਰਥੀ ਪੈਸਿਆਂ ਤੇ ਸਹੂਲਤਾਂ ਦਾ ਆਨੰਦ ਲੈਂਦੇ ਨੇ ਤਾਂ ਗਰੀਬ ਬੱਚੇ ਆਪਣੀ ਗਰੀਬੀ ਦੇ ਅਹਿਸਾਸ ਕਾਰਨ ਹੀਨ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਨੇ। ਗਰੀਬ ਬੱਚਿਆਂ ਨੂੰ ਇੱਕ ਅਜਿਹਾ ਵਿਦਿਅਕ ਮਾਹੌਲ ਚਾਹੀਦਾ ਹੈ ਜਿੱਥੇ ਉਹਨਾਂ ਦੇ ਮਾਨਸਿਕ, ਸਰੀਰਕ ਵਿਕਾਸ ਅਤੇ ਵਿੱਦਿਆ ਪ੍ਰਾਪਤੀ ਵਿੱਚ ਗਰੀਬੀ ਔਕੜਾਂ ਤੇ ਗੁੰਝਲਾਂ ਨਾ ਪੈਦਾ ਕਰੇ। ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵੱਲੋਂ ਇਹ ਸਕੂਲ 1997 ਦੇ ਵਿੱਚ ਸ਼ੁਰੂ ਕੀਤਾ ਗਿਆ ਔਰ ਇਸ ਵੇਲੇ ਸਕੂਲ ਦੇ ਸਟੂਡੈਂਟ ਟੋਟਲ 565 ਹੈ। ਇਹ ਜਿਹੜੇ ਬੱਚੇ ਪੜ੍ਹ ਰਹੇ ਨੇ ਇਹ ਬਹੁਤ ਹੀ ਪੂਅਰ ਸੈਕਸ਼ਨਸ ਆਫ ਦ ਸੁਸਾਇਟੀ ਤੋਂ ਆ ਰਹੇ ਨੇ। ਕੁਝ ਬੱਚੇ ਹੋਸਟਲਰਸ ਨੇ ਔਰ ਕੁਝ ਬੱਚੇ ਜਿਹੜੇ ਨੇ ਬਿਲਕੁਲ ਸਲਮਸ ਦੇ ਵਿੱਚੋਂ ਹੀ ਆ ਰਹੇ ਨੇ। ਦਿਨ ਦੀ ਪੜ੍ਹਾਈ ਦਾ ਆਗਾਜ਼ ਅਰਦਾਸ ਤੇ ਆਰਾਧਨਾ ਰਾਹੀਂ ਹੁੰਦਾ ਹੈ ਜੋ ਕਿ ਬੱਚਿਆਂ ਨੂੰ ਨਿਯਮਬੱਧ ਰੱਖਣ ਵਿੱਚ ਸਹਾਈ ਹੁੰਦੀ ਹੈ ਤੇ ਉਹਨਾਂ ਨੂੰ ਮਾਨਸਿਕ ਤੇ ਆਤਮਿਕ ਪੱਖੋਂ ਵਿੱਦਿਆ ਲਈ ਪ੍ਰੇਰਿਤ ਕਰਦੀ ਹੈ। ਪਿੰਗਲਵਾੜੇ ਦੇ ਸਕੂਲਾਂ ਦਾ ਮਿਆਰ ਨਿੱਜੀ ਸਕੂਲਾਂ ਦੇ ਮਿਆਰ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ। ਇਸ ਦੇ ਨਾਲ ਹੀ ਸੰਗੀਤ, ਸੱਭਿਆਚਾਰ ਤੇ ਕਿੱਤਿਆਂ ਬਾਰੇ ਵੀ ਸਿਖਲਾਈ ਦਿੱਤੀ ਜਾਂਦੀ ਹੈ। ਛੋਟੇ ਬੱਚਿਆਂ ਦੀ ਦਿਮਾਗੀ ਊਰਜਾ ਨੂੰ ਉਭਾਰਨ ਤੇ ਵਿਕਸਿਤ ਕਰਨ ਵਿੱਚ ਖਿਡੌਣੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਇਹਨਾਂ ਰਾਹੀਂ ਉਹ ਇੱਕ ਨਵੀਂ ਦੁਨੀਆ ਦੀ ਝਲਕ ਵੇਖਦੇ ਨੇ ਜਿਸ ਉੱਪਰ ਉਹ ਆਪਣਾ ਭਵਿੱਖ ਉਲੀਕ ਸਕਦੇ ਨੇ। ਅੱਜ ਕੰਪਿਊਟਰ ਯੁੱਗ ਵਿੱਚ ਜ਼ਿੰਦਗੀ ਦਾ ਹਰ ਇੱਕ ਪਹਿਲੂ ਇਸ ਟੈਕਨੋਲੋਜੀ ਨਾਲ ਪ੍ਰਭਾਵਿਤ ਹੈ। ਇਸ ਲਈ ਇਹ ਸਿੱਖਿਆ ਵੀ ਹਰ ਇੱਕ ਬੱਚੇ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ। ਹੋਮ ਆਫ ਹੋਪ ਕੈਲੀਫੋਰਨੀਆ ਦੀ ਮਦਦ ਨਾਲ
ਇੱਕ ਕੰਪਿਊਟਰ ਲੈਬ ਚਲਾਈ ਜਾ ਰਹੀ ਹੈ, ਜਿਸ ਰਾਹੀਂ ਕੰਪਿਊਟਰ ਸਿੱਖਿਆ ਉਹਨਾਂ ਬੱਚਿਆਂ ਤੱਕ ਪਹੁੰਚ ਰਹੀ ਹੈ ਜਿਨ੍ਹਾਂ ਕੋਲ ਇਸ ਵਾਸਤੇ ਕੋਈ ਵੀ ਵਸੀਲਾ ਨਹੀਂ ਸੀ। ਵਿਦਿਆ ਉਨੀ ਦੇਰ ਉਪਯੋਗੀ ਨਹੀਂ ਹੋ ਸਕਦੀ ਜਿੰਨੀ ਦੇਰ ਉਸ ਨੂੰ ਸਹੀ ਵਰਤੋਂ ਵਿੱਚ ਨਾ ਲਿਆਂਦਾ ਜਾਵੇ। ਇਸ ਨੂੰ ਮੁੱਖ ਰੱਖ ਕੇ ਭੌਤਿਕੀ, ਗਣਿਤ, ਪ੍ਰਯੋਗਸ਼ਾਲਾਵਾਂ ਵਿੱਚ ਬੱਚਿਆਂ ਨੂੰ ਹੱਥੀਂ ਕਿਰਿਆਤਮਕ ਪ੍ਰਯੋਗ ਵੀ ਕਰਵਾਏ ਜਾਂਦੇ ਨੇ। ਭਗਤ ਪੂਰਨ ਸਿੰਘ ਜੀ ਕਿਹਾ ਕਰਦੇ ਸਨ ਕਿ ਜਿਸ ਘਰ ਵਿੱਚ ਕੋਈ ਵੀ ਧਰਮ ਗ੍ਰੰਥ ਨਹੀਂ ਹੈ, ਉਸ ਘਰ ਵਿੱਚ ਕੁਰੀਤੀਆਂ ਕਿਸੇ ਨਾ ਕਿਸੇ ਰਸਤੇ ਜ਼ਰੂਰ ਹੀ ਪਹੁੰਚ ਜਾਂਦੀਆਂ ਨੇ। ਇਸੇ ਲਈ ਬੱਚਿਆਂ ਦੀ ਕਿਤਾਬਾਂ ਪੜ੍ਹਨ ਵਿੱਚ ਰੁਚੀ ਨੂੰ ਵਿਕਸਿਤ ਕਰਨ ਲਈ ਸਕੂਲਾਂ ਵਿੱਚ ਲਾਇਬ੍ਰੇਰੀਆਂ ਉਪਲਬਧ ਨੇ, ਜਿੱਥੇ ਬੱਚਿਆਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਵਾਸਤੇ ਪ੍ਰੇਰਿਆ ਜਾਂਦਾ ਹੈ। ਪੰਜਾਬ ਦੇ ਸੱਭਿਆਚਾਰ ਦੀ ਛਾਪ ਸਾਰੀ ਦੁਨੀਆ ਵਿੱਚ ਦੇਖੀ ਜਾ ਸਕਦੀ ਹੈ। ਇਸੇ ਲਈ ਬੱਚੇ ਵੀ ਇਹਨਾਂ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਬਹੁਤ ਹੀ ਮਾਣ ਤੇ ਜੋਸ਼ ਨਾਲ ਹਿੱਸਾ ਲੈਂਦੇ ਨੇ ਤੇ ਨਵੀਆਂ ਤੇ ਰੋਚਕ ਅਦਾਵਾਂ ਰਾਹੀਂ ਦਰਸ਼ਕਾਂ ਦੇ ਦਿਲਾਂ ਨੂੰ ਟੁੰਬ ਲੈਂਦੇ ਨੇ। ਗਿੱਧਾ ਤੇ ਭੰਗੜਾ ਪੰਜਾਬੀ ਸੱਭਿਆਚਾਰ ਦੀ ਜਿੰਦ ਜਾਨ ਹੈ। ਸਰੀਰਕ ਤੰਦਰੁਸਤੀ ਦਿਮਾਗੀ ਤੀਬਰਤਾ ਲਈ ਜ਼ਰੂਰੀ ਹੈ। ਖੇਡਾਂ ਰਾਹੀਂ ਮੇਲ ਮਿਲਾਪ ਤੇ ਮੁਕਾਬਲੇ ਦੀ ਭਾਵਨਾ ਵੱਧਦੀ ਹੈ। ਇਹ ਵੀ ਵਿਦਿਆ ਦਾ ਇੱਕ ਜ਼ਰੂਰੀ ਅੰਗ ਹੈ। ਬਾਹਰਲੇ ਦੇਸ਼ਾਂ ਤੋਂ ਅਧਿਆਪਕ ਅਤੇ ਹੋਰ ਵਿਸ਼ੇਸ਼ ਮਹਿਮਾਨ ਹਰ ਸਾਲ ਪਿੰਗਲਵਾੜੇ ਆਉਂਦੇ ਨੇ। ਵਿਦਿਅਕ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਲਈ ਦੂਸਰੇ ਸਕੂਲਾਂ ਤੇ ਅਧਿਆਪਕਾਂ ਨਾਲ ਮੇਲ-ਜੋਲ ਤੇ ਵਿਚਾਰ ਵਟਾਂਦਰਾ ਬਹੁਤ ਜ਼ਰੂਰੀ ਹੈ, ਜਿਸ ਰਾਹੀਂ ਇਸ ਸਕੂਲ ਨੂੰ ਵੱਡਮੁੱਲੇ ਸੁਝਾਅ ਤੇ ਸਹਿਯੋਗ ਹਮੇਸ਼ਾ ਮਿਲਦੇ ਰਹਿੰਦੇ ਨੇ। ਸਾਡੇ ਕਈ ਪਿੰਡਾਂ ਵਿੱਚ ਤਾਂ ਪੜ੍ਹਾਈ ਦੀਆਂ ਸਹੂਲਤਾਂ ਹੋਰ ਵੀ ਘੱਟ ਨੇ। ਇਸ ਨੂੰ ਮੁੱਖ ਰੱਖ ਕੇ ਇੱਕ ਸਕੂਲ ਕਾਦੀਆਂ ਨੇੜੇ ਪਿੰਡ ਬੁੱਟਰ ਕਲਾਂ ਵਿੱਚ ਚਲਾਇਆ ਜਾ ਰਿਹਾ ਹੈ। ਇਸ ਵੇਲੇ ਜਿੱਥੇ ਅਸੀਂ ਬੈਠੇ ਹਾਂ, ਇਹ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵੱਲੋਂ ਇਹ ਸਕੂਲ ਜੋ ਹੈ ਇਸ ਦਾ ਨੀਂਹ ਪੱਥਰ 4 ਜੂਨ ਜੋ ਕਿ ਭਗਤ ਜੀ ਦਾ ਜਨਮ ਦਿਨ ਵੀ ਹੈ 1999 ਵਿੱਚ ਇਸ ਦਾ ਨੀਂਹ ਪੱਥਰ ਰੱਖਿਆ ਗਿਆ। ਡਾਕਟਰ ਇੰਦਰਜੀਤ ਕੌਰ ਜੀ ਅਤੇ ਹੋਰ ਪਤਵੰਤੇ ਸੱਜਣਾ ਨੇ ਇਸ ਵਿੱਚ ਹਿੱਸਾ ਲਿਆ। 1 ਅਪ੍ਰੈਲ 2000 ਤੋਂ 5 ਕਲਾਸਾਂ ਜੋ ਹਨ ਇੱਥੇ ਚਾਲੂ ਕੀਤੀਆਂ ਗਈਆਂ। ਇਸ ਸਕੂਲ ਦੇ ਵਿੱਚ ਕੋਈ ਐਡਮਿਸ਼ਨ ਫੀ ਨਹੀਂ, ਕੋਈ ਦਾਖਲਾ ਫੀਸ ਨਹੀਂ, ਕੋਈ ਟਿਊਸ਼ਨ ਫੀ ਨਹੀਂ, ਬਿਲਕੁਲ ਟੋਟਲੀ ਫ੍ਰੀ ਹੈ। ਸੰਸਥਾ ਜੋ ਹੈ ਇਸ ਦਾ ਖਰਚ ਜੋ ਹੈ ਸਾਰਾ ਉਹ ਬਰਦਾਸ਼ਤ ਕਰਦੀ ਹੈ। ਉੱਚ ਸਿੱਖਿਅਤ ਅਧਿਆਪਕ, ਸਾਫ਼ ਸੁਥਰਾ ਵਾਤਾਵਰਣ ਤੇ ਵਿਦਿਆਰਥੀਆਂ ਦੇ ਉਤਸ਼ਾਹ ਨੇ ਇਸ ਸਕੂਲ ਨੂੰ ਇੱਕ ਨਵੇਂ ਪੱਧਰ ਤੇ ਖੜਾ ਕਰ ਦਿੱਤਾ ਹੈ। ਇਸ ਸਕੂਲ ਵਿੱਚ 315 ਵਿਦਿਆਰਥੀ ਵਿੱਦਿਆ ਪ੍ਰਾਪਤ ਕਰ ਰਹੇ ਨੇ। ਇਸ ਸਕੂਲ ਵਿੱਚ ਵੀ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀ ਤੇ ਸੰਗੀਤਸ਼ਾਲਾ ਨੇ। ਬੱਚੇ ਬੜੀ ਉਤਸੁਕਤਾ ਨਾਲ ਹਰ ਇੱਕ ਗਤੀਵਿਧੀ ਵਿੱਚ ਹਿੱਸਾ ਲੈਂਦੇ ਨੇ। ਸਾਡਾ ਮੇਨ ਮਕਸਦ ਇਹ ਹੈ ਕਿ ਇਹ ਬੱਚੇ ਸਾਡੇ ਸਕੂਲ ਤੋਂ ਵਿੱਦਿਆ ਪ੍ਰਾਪਤ ਕਰਕੇ
ਸਮਾਜ ਦੇ ਵਿੱਚ ਇੱਕ ਅੱਛੇ ਇਨਸਾਨ ਬਣ ਤੇ ਉਹ ਭਗਤ ਜੀ ਦੇ ਪਦ ਚਿੰਨ੍ਹਾਂ ਤੇ ਚੱਲਦੇ ਹੋਏ ਆਪਣਾ ਜੀਵਨ ਬਤੀਤ ਕਰਨ। ਮੇਰਾ ਨਾਮ ਰਿਸ਼ਪਿੰਦਰ ਸਿੰਘ ਹੈ। ਮੈਂ ਸਕੂਲ ਵਿੱਚ 8ਵੀਂ ਜਮਾਤ ਤੱਕ ਪੜ੍ਹਿਆ ਹਾਂ। ਬੀਤੇ ਸਾਲ ਸਕੂਲ ਦੇ 4 ਵਿਦਿਆਰਥੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਜ਼ੀਫੇ ਵੀ ਪ੍ਰਦਾਨ ਕੀਤੇ ਗਏ। ਕੁਝ ਲੋਕ ਕਹਿੰਦੇ ਨੇ ਕਿ ਅਸੀਂ ਆਪਣੀ ਬੇਟੀਆਂ ਨੂੰ ਸ਼ਹਿਰ ਵਿੱਚ ਨਹੀਂ ਪੜ੍ਹਨ ਭੇਜਣਾ ਇਸ ਮਾਹੌਲ ਤੋਂ ਡਰ ਕੇ, ਪਰ ਜੇ ਮਤਲਬ ਇਹ ਤੇ ਪਿੰਡ ਦੇ ਵਿੱਚ ਹੀ ਸਕੂਲ ਹੈ, ਜਿਸ ਕਾਰਨ ਮੈਂ ਚਾਹੁੰਦੀ ਹਾਂ ਕਿ ਜੇ ਸਕੂਲ ਵੱਧ ਜਾਵੇ ਤਾਂ ਬਹੁਤ ਹੀ ਅੱਛਾ ਹੋਏਗਾ। ਭਾਵੇਂ ਗਰਲਜ਼ ਵਾਸਤੇ ਹੀ ਵਧਾ ਦਿੱਤਾ ਜਾਵੇ, ਪਰ ਇਹ ਸਕੂਲ ਜਿਹੜਾ ਹੈ ਵਧਣਾ ਚਾਹੀਦਾ ਹੈਗਾ। ਇੱਥੇ ਸਹੂਲਤ ਵਾ, ਬੱਚਿਆਂ ਨਾਲ ਪਿਆਰ ਕਰਦੇ ਆ, ਹਰ ਇੱਕ ਗੱਲ ਸਮਝਾਉਂਦੇ ਆ, ਪੜ੍ਹਾਈ ਵੀ ਬਿਲਕੁਲ ਸਹੀ। ਨਾਮ ਮਿਲਦੇ ਰਹੇ ਬੱਚਿਆਂ ਨੂੰ, ਸਾਈਕਲ ਮਿਲਿਆ ਪਿਛਲੇ ਸਾਲ। ਪਿੰਡ ਵਿੱਚ ਖੁੱਲਿਆ ਇੰਨਾ ਵਧੀਆ ਸਕੂਲ ਤੇ ਫਿਰ ਬੱਚੇ ਬਾਹਰ ਕਿਉਂ ਭੇਜਣੇ ਆ ਜਦੋਂ ਇੰਨੀ ਵਧੀਆ ਪੜ੍ਹਾਈ ਸਕੂਲ ਵਿੱਚ ਹੈਗੀ ਆ। ਪ੍ਰਾਈਵੇਟ ਸਕੂਲਾਂ ਵਿੱਚ ਤੇ ਇੱਕ ਹਿਸਾਬ ਦਾ ਪੈਸੇ ਦਾ ਹੀ ਮਾਮਲਾ ਵਾ, ਪਰ ਇਹ ਸਕੂਲ ਇੰਨਾ ਵਧੀਆ ਕਿ ਮੈਡਮਾਂ ਵੀ ਇਹਨਾਂ ਬੱਚਿਆਂ ਦੇ ਨਾਲ ਕਰਦੀਆਂ ਕਿ ਹੱਦ ਤੋਂ ਵੱਧ ਆਪਣੇ ਬੱਚਿਆਂ ਨੂੰ ਵੀ ਜ਼ਿਆਦਾ ਇਹਨਾਂ ਬੱਚਿਆਂ ਨਾਲ ਪਿਆਰ ਕਰਦੀਆਂ ਵਾ, ਔਰ ਹਰ ਇੱਕ ਸਹੂਲਤ ਮਿਲਦੀ ਮੇਰੇ ਬੱਚਿਆਂ ਨੂੰ। ਇਹ ਜਿਹੜੀ ਅਕੈਡਮੀ ਆ ਇਹ ਹੋਰ ਤਰੱਕੀ ਕਰੇ, +2 ਤੱਕ ਜਾਏ, ਹੋਰ ਵਧੇ ਤੇ ਸਾਡੇ ਬੱਚੇ ਜਿਹੜੇ ਇਲਾਕੇ ਦੇ ਆ ਉਹ ਜੀ ਇੱਥੇ ਪੜ੍ਹਨ ਤੇ ਇੱਥੋਂ ਆਪਣਾ ਭਵਿੱਖ ਬਣਾ ਕੇ ਤੇ ਗਾਂ ਦੇਸ਼ ਦੀ ਇੱਕ ਸੇਵਾ ਕਰਨ। ਪੋਤਾ ਪੋਤੀ ਆ ਪੜ੍ਹਦੇ ਜੇ ਤੇ ਅਸੀਂ ਗਰੀਬ ਆ ਤੇ ਉਹਨਾਂ ਨੂੰ ਬੱਚਿਆਂ ਨੂੰ ਇੱਥੇ ਪਾਇਆ ਵੀ ਇੱਥੇ ਸਹੂਲਤਾਂ ਵਾ, ਕਿਤਾਬਾਂ ਮਿਲਦੀਆਂ ਵਾ, ਵਰਦੀਆਂ ਮਿਲਦੀਆਂ ਜੀ। ਤੇ ਡੈਡੀ ਉਹਨਾਂ ਦਾ ਗੁਜ਼ਰ ਗਿਆ ਵਾ, ਮੰਮੀ ਉਹ ਚਲ ਗਈ ਆ ਤੇ ਮੈਂ ਦਾਦੀ ਬਾਬਾ ਵਾਂ, ਅਸੀਂ ਬੁੱਢੇ ਆ। ਗਰੀਬ ਦੀ ਬਹੁਤ ਮਦਦ ਕਰਦੇ ਨੇ, ਕੋਲੋਂ ਵਰਦੀ ਦਿੰਦੇ ਪਏ ਨੇ, ਬੂਟ ਦਿੰਦੇ ਪਏ ਨੇ ਬੱਚਿਆਂ ਨੂੰ। ਹੋਰ ਕਿਸੇ ਸਕੂਲ 'ਚ ਅਸੀਂ ਪਾਉਂਦੇ ਤੇ ਅਸੀਂ ਪੜ੍ਹਾ ਨਹੀਂ ਸਕਦੇ। ਕੋਈ ਵੀ ਅਸਮਰੱਥਾ ਵਾਲਾ ਬੱਚਾ ਮਾਂ ਪਿਓ ਲਈ ਕਲੰਕ ਸਮਝਿਆ ਜਾਂਦਾ ਹੈ, ਪਰ ਇਹ ਤਾਂ ਕੁਦਰਤ ਦੀ ਦੇਣ ਹੈ। ਕੁਦਰਤ ਜਦੋਂ ਕੋਈ ਚੀਜ਼ ਖੋਹ ਲੈਂਦੀ ਹੈ ਤਾਂ ਉਸ ਦੇ ਬਦਲੇ ਕੋਈ ਬਖਸ਼ਿਸ਼ ਵੀ ਹੋ ਸਕਦੀ ਹੈ। ਕੁਦਰਤ ਦੀ ਦੇਣ ਨੂੰ ਪ੍ਰਵਾਨ ਕਰਕੇ ਉਸ ਬਾਰੇ ਕੁਝ ਹੀਲਾ ਕਰਨਾ ਸਾਡਾ ਫਰਜ਼ ਹੈ। ਕੋਈ ਵੀ ਬੱਚਾ ਜਨਮ ਤੋਂ ਗੂੰਗਾ ਨਹੀਂ ਹੁੰਦਾ, ਉਹ ਗੂੰਗਾ ਤਾਂ ਬਣ ਜਾਂਦਾ ਹੈ ਕਿਉਂਕਿ ਉਹ ਸੁਣ ਨਹੀਂ ਸਕਦਾ, ਇਸ ਕਰਕੇ ਬੋਲਣਾ ਵੀ ਸਿੱਖ ਨਹੀਂ ਸਕਦਾ। ਦੁਨੀਆ ਵਿੱਚ ਹਰ 100 ਵਿੱਚੋਂ ਇੱਕ ਆਦਮੀ ਸੁਣਨ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਅਸਮਰੱਥਾ ਤੋਂ ਪ੍ਰਭਾਵਿਤ ਹੈ। ਭਾਰਤ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਹੈ। ਇਹਨਾਂ ਲਈ ਵਿਸ਼ੇਸ਼ ਤੇ ਬਹੁਪੱਖੀ ਵਿੱਦਿਆ ਦੀ ਬਹੁਤ ਲੋੜ ਹੈ। Because it's the most common birth defect among children, something that you will see in your practice, something that you'll need to know how to manage. It's also very important to understand hearing. ਬਾਹਰਲੇ ਦੇਸ਼ਾਂ ਵਿੱਚ ਨਵੇਂ ਜਨਮੇ ਬੱਚੇ ਸੁਣਨ ਸ਼ਕਤੀ ਦੀ ਜਾਂਚ ਤੋਂ ਬਿਨਾਂ ਹਸਪਤਾਲ ਛੱਡ ਕੇ ਨਹੀਂ ਜਾ ਸਕਦੇ। ਕੋਈ ਵੀ ਸੁਣਨ ਸੰਬੰਧੀ ਅਸਮਰੱਥਾ ਹੋਣ ਤੇ ਬੱਚੇ ਨੂੰ ਸੁਣਨ ਵਾਲਾ ਯੰਤਰ 3 ਮਹੀਨੇ ਦੀ ਉਮਰ ਤੱਕ ਲਗਾ ਦਿੱਤਾ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਬੱਚੇ ਦੀ ਸੁਣਨ ਸ਼ਕਤੀ ਦੀ ਜਾਂਚ ਜਿੰਨੀ ਜਲਦੀ ਹੋ ਜਾਵੇ ਚੰਗਾ ਹੈ। ਇਹਨਾਂ ਬੱਚਿਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਸੰਕੇਤਿਕ ਭਾਸ਼ਾ ਬਾਰੇ ਵੀ ਸਿੱਖਿਆ ਜ਼ਰੂਰੀ ਹੈ। ਇਸ ਭਾਸ਼ਾ ਰਾਹੀਂ ਬੋਲੇ ਤੇ ਗੂੰਗੇ ਬੱਚੇ ਦੂਸਰੇ ਲੋਕਾਂ ਨਾਲ ਜੋ ਇਸ ਭਾਸ਼ਾ ਤੋਂ ਜਾਣੂ ਨੇ ਗੱਲਬਾਤ ਕਰ ਸਕਦੇ ਨੇ। ਭਾਰਤੀ ਸੰਕੇਤਿਕ ਭਾਸ਼ਾ ਇਹਨਾਂ ਬੱਚਿਆਂ ਲਈ ਮੁੱਖ ਵਿਸ਼ਾ ਹੈ। ਬਹੁਤ ਸਾਰੇ ਬੱਚਿਆਂ ਵਿੱਚ ਸੁਣਨ ਦੀ ਥੋੜੀ ਬਹੁਤ ਸ਼ਕਤੀ ਜ਼ਰੂਰ ਹੁੰਦੀ ਹੈ ਤੇ ਇਸ ਨੂੰ ਹੀਅਰਿੰਗ ਏਡਜ਼ ਰਾਹੀਂ ਹੋਰ ਵਿਕਸਿਤ ਕੀਤਾ ਜਾ ਸਕਦਾ ਹੈ। ਇਸ ਰਾਹੀਂ ਬੱਚੇ ਸੌਖੇ ਸ਼ਬਦਾਂ ਤੋਂ ਸ਼ੁਰੂ ਕਰਕੇ
ਆਪਣੀ ਸ਼ਬਦਾਵਲੀ ਵਧਾ ਸਕਦੇ ਨੇ। ਆਮ ਬੱਚਾ ਕਈ ਸ਼ਬਦਾਂ ਨੂੰ ਦਿਨ ਵਿੱਚ ਕਈ ਵਾਰ ਸੁਣਦਾ ਹੈ ਤੇ ਦੁਹਰਾਉਂਦਾ ਹੈ, ਜਿਸ ਨਾਲ ਇਹ ਸ਼ਬਦ ਪੂਰੀ ਤਰ੍ਹਾਂ ਨਾਲ ਉਹਨਾਂ ਦੀ ਯਾਦ ਸ਼ਕਤੀ ਦਾ ਹਿੱਸਾ ਬਣ ਜਾਂਦੇ ਨੇ। ਪਰ ਗੂੰਗੇ ਤੇ ਬੋਲੇ ਬੱਚਿਆਂ ਨੂੰ ਇੱਕ ਨਵਾਂ ਸ਼ਬਦ ਸਿੱਖਣ ਲਈ ਕਈ ਦਿਨ ਵੀ ਲੱਗ ਜਾਂਦੇ ਨੇ। ਸ਼ਬਦਾਂ ਦੇ ਨਾਲ ਜੇਕਰ ਉਹਨਾਂ ਨੂੰ ਸ਼ਬਦਾਂ ਸੰਬੰਧੀ ਤਸਵੀਰਾਂ ਵੀ ਵਿਖਾਈਆਂ ਜਾਣ ਤਾਂ ਉਹਨਾਂ ਦੀ ਸ਼ਬਦਾਵਲੀ ਵਿੱਚ ਹੋਰ ਵੀ ਜਲਦੀ ਵਾਧਾ ਹੋ ਸਕਦਾ ਹੈ। ਇਹ ਬੱਚੇ ਭਾਵੇਂ ਸੁਣ ਜਾਂ ਬੋਲ ਨਹੀਂ ਸਕਦੇ, ਪਰ ਇਹਨਾਂ ਦੇ ਅਹਿਸਾਸ ਤੇ ਵਲਵਲੇ ਆਮ ਬੱਚਿਆਂ ਤੋਂ ਵੀ ਵੱਧ ਪ੍ਰਬਲ ਹੁੰਦੇ ਨੇ। ਅਮਨਦੀਪ ਦੇ ਸਾਰੇ ਘੁੱਟੇ ਹੋਏ ਅਹਿਸਾਸ ਬ੍ਰੇਕ ਡਾਂਸ ਰਾਹੀਂ ਪ੍ਰਗਟ ਹੋਣ ਲਈ ਹਮੇਸ਼ਾ ਬੀਬਲ ਰਹਿੰਦੇ ਨੇ। ਕਮਲਜੀਤ ਇਹਨਾਂ ਵਲਵਲਿਆਂ ਨੂੰ ਆਪਣੇ ਨ੍ਰਿਤ ਰਾਹੀਂ ਪ੍ਰਗਟ ਕਰਦੀ ਹੈ। ਆਮ ਤੌਰ ਤੇ ਆਦਮੀ ਆਪਣੀ ਬੁੱਧੀ ਦਾ 7 ਤੋਂ 8% ਹਿੱਸਾ ਹੀ ਵਰਤੋਂ ਵਿੱਚ ਲਿਆਉਂਦਾ ਹੈ ਤੇ ਬਾਕੀ ਦਾ ਹਿੱਸਾ ਸ਼ਾਇਦ ਬਿਨਾਂ ਕਿਸੇ ਕੰਮ ਦੇ ਆਪਣੇ ਆਪ ਵਿੱਚ ਹੀ ਸਮਾ ਜਾਂਦਾ ਹੈ। ਅਸੀਂ ਸਾਰੇ ਅਲੱਗ-ਅਲੱਗ ਮਾਨਸਿਕ ਤੀਬਰਤਾ ਦੇ ਮਾਲਕ ਹਾਂ। ਕੋਈ ਤਾਂ ਆਪਣੇ ਖੇਤਰ ਵਿੱਚ ਚੋਟੀ ਤੇ ਪਹੁੰਚ ਜਾਂਦਾ ਹੈ ਤੇ ਕੋਈ ਸਧਾਰਨ ਪੱਧਰ ਤੋਂ ਉੱਪਰ ਹੀ ਨਹੀਂ ਉੱਠ ਸਕਦਾ। ਮਾਨਸਿਕ ਤੀਬਰਤਾ ਤੋਂ ਬਿਨਾਂ ਲਗਨ, ਮਿਹਨਤ ਤੇ ਵਾਤਾਵਰਣ ਸਾਡੀ ਤਰੱਕੀ ਵਿੱਚ ਬਹੁਤ ਸਹਾਈ ਹੁੰਦੇ ਨੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਅਸੀਂ ਚਾਹੀਏ ਤਾਂ ਆਪਣੀ ਮਾਨਸਿਕ ਸ਼ਕਤੀ ਤੇ ਕਾਰਜਾਂ ਵਿੱਚ ਬਹੁਤ ਸੁਧਾਰ ਲਿਆ ਸਕਦੇ ਹਾਂ। ਮੰਦ ਬੁੱਧੀ ਵਾਲੇ ਬੱਚੇ ਵੀ ਬਹੁਤ ਕੁਝ ਕਰ ਸਕਦੇ ਨੇ। ਆਮ ਤੇ ਮੰਦ ਬੁੱਧੀ ਵਾਲੇ ਬੱਚਿਆਂ ਵਿੱਚ ਜੇਕਰ ਕੋਈ ਫਰਕ ਹੈ ਤਾਂ ਸਿਰਫ ਇਹ ਕਿ ਮੰਦ ਬੁੱਧੀ ਵਾਲੇ ਬੱਚੇ ਕਿਸੇ ਵੀ ਕੰਮ ਨੂੰ ਸਿੱਖਣ ਵਿੱਚ ਕਾਫੀ ਸਮਾਂ ਲੈ ਸਕਦੇ ਨੇ। ਉਹ ਸ਼ਾਇਦ ਬਹੁਤ ਵੱਡੇ ਸਾਇੰਸਦਾਨ ਨਾ ਬਣ ਸਕਣ, ਪਰ ਉਹ ਆਮ ਆਦਮੀ ਦੀ ਜ਼ਿੰਦਗੀ ਜ਼ਰੂਰ ਬਸਰ ਕਰ ਸਕਦੇ ਹਨ। ਮੰਦ ਬੁੱਧੀ ਵਾਲੇ ਬੱਚਿਆਂ ਲਈ ਵਿਸ਼ੇਸ਼ ਸਿੱਖਿਆ ਦਾ ਪ੍ਰਬੰਧ ਹੈ। ਸਭ ਤੋਂ ਪਹਿਲਾਂ ਉਹਨਾਂ ਦੀ ਮਾਨਸਿਕ ਯੋਗਤਾ ਦੀ ਜਾਂਚ ਕੀਤੀ ਜਾਂਦੀ ਹੈ ਤੇ ਉਸੇ ਯੋਗਤਾ ਅਨੁਸਾਰ ਉਹਨਾਂ ਨੂੰ ਪੜ੍ਹਨ ਯੋਗ ਜਾਂ ਨਾ ਪੜ੍ਹਨ ਯੋਗ ਸ਼੍ਰੇਣੀਆਂ ਵਿੱਚ ਵੰਡ ਦਿੱਤਾ ਜਾਂਦਾ ਹੈ। ਪੜ੍ਹਨ ਵਾਲੇ ਬੱਚੇ ਸਭ ਤੋਂ ਪਹਿਲਾਂ ਕੇਅਰ ਗਰੁੱਪ ਵਿੱਚ ਰੱਖੇ ਜਾਂਦੇ ਨੇ, ਜਿੱਥੇ ਉਹਨਾਂ ਨੂੰ ਸ਼ੌਚ ਬਾਰੇ, ਕੱਪੜੇ ਪਹਿਨਣ ਬਾਰੇ ਤੇ ਆਪਣੀ ਸਫਾਈ ਬਾਰੇ ਸਿੱਖਿਆ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਉਹਨਾਂ ਦੀ ਗ੍ਰੌਸ ਮੋਟਰ ਐਕਟੀਵਿਟੀਜ਼ ਜਿਵੇਂ ਕਿ ਤੁਰਨਾ, ਦੌੜਨਾ, ਪਕੜਨਾ ਆਦਿ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਹ ਸਿੱਖਿਆ 2-3 ਸਾਲ ਤੱਕ ਚੱਲਦੀ ਹੈ ਤੇ ਬੱਚੇ ਦੇ 10 ਸਾਲ ਦੀ ਉਮਰ ਤੱਕ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਸਿੱਖਿਆ ਦਿੱਤੀ ਜਾਂਦੀ ਹੈ। ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਫਾਈਨ ਮੋਟਰ ਐਕਟੀਵਿਟੀਜ਼ ਜਿਵੇਂ ਕਿ ਕਾਗਜ਼ ਨੂੰ ਕਿਸੇ ਦਿੱਤੇ ਹੋਏ ਆਕਾਰ ਤੇ ਕੱਟਣਾ, ਲਿਫਾਫੇ ਬਣਾਉਣਾ, ਸੂਈ ਧਾਗੇ ਨੂੰ ਵਰਤਣਾ ਆਦਿ ਸਿਖਾਏ ਜਾਂਦੇ ਨੇ। ਇਸ ਸ਼੍ਰੇਣੀ ਵਿੱਚ ਵੀ ਬੱਚੇ ਨੂੰ 2-3 ਸਾਲ ਲੱਗ ਜਾਂਦੇ ਨੇ।
ਪ੍ਰਾਇਮਰੀ ਸਿੱਖਿਆ ਵਿੱਚ ਇਹ ਸਾਰੀ ਸਿਖਲਾਈ ਦੇ ਨਾਲ-ਨਾਲ ਕਿੱਤਿਆਂ ਬਾਰੇ ਵੀ ਸਿਖਲਾਈ ਦਿੱਤੀ ਜਾਂਦੀ ਹੈ, ਜਿਵੇਂ ਕਿ ਮੋਮਬੱਤੀਆਂ ਬਣਾਉਣਾ, ਪੇਪਰ ਮੈਸ਼ੀ ਦੀਆਂ ਚੀਜ਼ਾਂ ਬਣਾਉਣੀਆਂ ਆਦਿ। ਸੈਕੰਡਰੀ ਸਿੱਖਿਆ ਵਿੱਚ ਬੱਚੇ ਹੋਰ ਸਕੂਲਾਂ ਜਾਂ ਸੰਸਥਾਵਾਂ ਵਿੱਚ ਕੰਮ ਸਿੱਖਦੇ ਨੇ, ਜਿਸ ਤੋਂ ਬਾਅਦ ਉਹ ਪੂਰਨ ਤੌਰ ਤੇ ਕੰਮ ਕਰਨ ਯੋਗ ਹੋ ਜਾਂਦੇ ਨੇ। ਪਰ ਉਹਨਾਂ ਦੀ ਅਸਮਰੱਥਾ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਉਮਰ ਭਰ थोड़ी देख रेख की ज़रूरत रहती है। इन बच्चों को देखने के बाद मैंने कहा कि हर कोई तो नॉर्मल को पढ़ा लेता है, इन बच्चों को भी मैं पढ़ा करके देखूं, क्योंकि नॉर्मल को मैं पढ़ाती थी। मैंने कहा इन बच्चों को अब मैं पढ़ा करके देखूं। तो 1977 से मैं इन बच्चों के साथ में हूँ। होएगा, उनसे होता है, अच्छी तरह करो, आराम से आराम से लगाओ। हाँ, शाबाश शाबाश, लगाओ, हाँ लगाओ। ये राजू है जिसको आपने पोर्थेसिस सेंटर में देखा होगा, ये हमारा नेशनल साइकिलिंग अवार्ड। हर एक जीव ਨੂੰ ਪ੍ਰਫੁੱਲਤ ਹੋਣ ਲਈ ਇੱਕ ਵਿਸ਼ੇਸ਼ ਵਾਤਾਵਰਣ ਦੀ ਜ਼ਰੂਰਤ ਹੁੰਦੀ ਹੈ ਤੇ ਇਹ ਪ੍ਰਗਤੀ ਜਨਮ ਤੋਂ ਲੈ ਕੇ ਆਖਰੀ ਸਾਹ ਤੱਕ ਚੱਲਦੀ ਰਹਿੰਦੀ ਹੈ। ਹਰ ਇੱਕ ਜੀਵ ਜੋ ਭਾਵੇਂ ਮੰਦਬੁੱਧੀ ਦਾ ਹੋਵੇ, ਗੂੰਗਾ ਤੇ ਬੋਲਾ ਹੋਵੇ ਜਾਂ ਸਧਾਰਨ, ਠੀਕ ਵਾਤਾਵਰਣ ਮਿਲਣ ਤੇ ਹੈਰਾਨ ਕਰ ਦੇਣ ਵਾਲੇ ਕਰਮ ਕਰ ਸਕਦਾ ਹੈ। ਅੱਜ ਪਿੰਗਲਵਾੜਾ ਇਸ ਮੰਤਵ ਵਿੱਚ ਕਾਰਜਸ਼ੀਲ ਹੈ ਤੇ ਹਰ ਇੱਕ ਜੀਵ ਲਈ ਅਜਿਹਾ ਵਾਤਾਵਰਣ ਪੈਦਾ ਕਰਨ ਵਿੱਚ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਇਸ ਵਿੱਚ ਤੁਹਾਡੇ ਸਾਰਿਆਂ ਦੇ ਯੋਗਦਾਨ ਦੀ ਬਹੁਤ ਜ਼ਰੂਰਤ ਹੈ।